ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਵਾਲੇ ਭਾਗ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਸੰਤ ਜੀ ਨੂੰ ਭੁੱਚੋ ਵਾਲੇ ਸੰਤਾਂ ਨੇ ਇੱਕ ਸ਼ਬਦ ਦਿੱਤਾ ਸੀਗਾ ਕਿ ਜਾ ਇਸ ਦਾ ਜਾਪ ਕਰ। ਜਦ ਉਹ ਜਾਪ ਕਰਦੇ ਸੀ ਅਤੇ ਕਰਦੇ ਕਰਦੇ ਟਾਈਮ ਹੋ ਗਿਆ ਅਤੇ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਗਟ ਹੋ ਗਈਆਂ ਅਤੇ ਰਿੱਧੀਆਂ ਸਿੱਧੀਆਂ ਨੇ ਉਹਨਾਂ ਨੂੰ ਜੋ ਕਿਹਾ ਉਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ। ਅਤੇ ਸੰਤ ਜੀ ਨੇ ਜੋ ਕਿਹਾ, ਉਹਨਾਂ ਕਿਹਾ ਕਿ ਮੈਨੂੰ ਰਿੱਧੀਆਂ ਸਿੱਧੀਆਂ ਦੀ ਕੋਈ ਲੋੜ ਨਹੀਂ, ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ, ਮੈਨੂੰ ਗੁਰੂ ਚਰਨਾਂ ਦੀ ਪ੍ਰੀਤ ਬਖਸ਼ੋ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ। ਬਾਬਾ ਨੰਦ ਸਿੰਘ ਜੀ ਇਹਨਾਂ ਤੋਂ ਖਹਿੜਾ ਛੁਡਾਉਣ ਲਈ ਬਾਬਾ ਜੀ ਭੁੱਚੋ ਵਾਲਿਆਂ ਦੇ ਟਿੱਲੇ ਉੱਪਰ ਜਾ ਚੜ੍ਹੇ। ਪਾਤਸ਼ਾਹ, ਜਿਹੜਾ ਸ਼ਬਦ ਤੁਸੀਂ ਮੈਨੂੰ ਬਖਸ਼ਿਆ ਹੈ ਉਸ ਦੇ ਜਾਪ ਨਾਲ ਤਾਂ ਅਜੀਬ ਹੀ ਚੀਜ਼ਾਂ ਸਾਹਮਣੇ ਆਉਂਦੀਆਂ ਹਨ, ਕੁਝ ਕਹਿਣ ਸੁਣਨ ਲਈ ਮਜਬੂਰ ਕਰਦੀਆਂ ਹਨ, ਸਿਮਰਨ ਵਿੱਚ ਮਨ ਨਹੀਂ ਟਿਕਦਾ। ਅੱਛਾ, ਸਾਹਮਣੇ ਆ ਕੇ ਕੀ ਕਹਿੰਦੀਆਂ ਹਨ? ਉਹ ਕਹਿੰਦੀਆਂ ਹਨ, ਦੱਸੋ ਸਾਨੂੰ ਕਿਵੇਂ ਬੁਲਾਇਆ, ਕੋਈ ਸੇਵਾ ਬਖਸ਼ੋ, ਗਰੀਬ ਨਿਵਾਜ। ਦਾਸ ਨੂੰ ਤਾਂ ਬੋਲਣ ਦਾ ਪਤਾ ਨਹੀਂ, ਨਾ ਹੀ ਅੱਗੇ ਕੋਈ ਸ਼ੈ ਸਾਹਮਣੇ ਆਈ ਹੈ। ਬਸ ਤੁਹਾਡਾ ਹੁਕਮ ਮੰਨ ਕੇ ਦਾਸ ਤਾਂ ਜਪੀ ਜਾ ਰਿਹਾ ਹੈ। ਤੁਹਾਨੂੰ ਇਹਨਾਂ ਦੀ ਲੋੜ ਨਹੀਂ? ਨਹੀਂ ਹਜ਼ੂਰ, ਮੇਰੇ ਇਹ ਕਿਸੇ ਕੰਮ ਨਹੀਂ। ਉਹ ਰਿਖੀ ਜੀ, ਦੁਨੀਆ ਦੇ ਸਾਧ ਸੰਤ ਪੀਰ ਫਕੀਰ ਤਾਂ ਇਹਨਾਂ ਦੇ ਪਿੱਛੇ ਭੱਜੇ ਫਿਰ ਰਹੇ ਨੇ ਅਤੇ ਤੁਸੀਂ ਕਹਿੰਦੇ ਹੋ ਲੋੜ ਨਹੀਂ। ਸੰਤ ਜੀ ਚੁੱਪ ਹੋ ਗਏ। ਤਾਂ ਦੱਸੋ ਫਿਰ ਕੀ ਚਾਹੀਦਾ? ਮਹਾਰਾਜ, ਇਹਨਾਂ ਨੂੰ ਤੁਸੀਂ ਆਪਣੇ ਹੀ ਚਰਨਾਂ ਵਿੱਚ ਰੱਖੋ, ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ, ਉਹਨਾਂ ਦੀ ਪ੍ਰੀਤ ਬਖਸ਼ੋ। ਅੱਛਾ, ਤਾਂ ਕਹਿ 1300 ਵਾਰੀ ਮੈਂ ਤੇਰਾ, ਕਹਿ 1300 ਵਾਰੀ ਮੈਂ ਤੇਰਾ। ਇੱਕ ਹੱਥ ਬਾਬਾ ਨੰਦ ਸਿੰਘ ਜੀ ਦਾ ਬਾਬਾ ਜੀ ਭੁੱਚੋ ਵਾਲਿਆਂ ਨੇ ਆਪਣੇ ਹੱਥਾਂ ਵਿਚਕਾਰ ਰੱਖ ਲਿਆ ਅਤੇ ਦੂਜੇ ਨਾਲ ਬਾਬਾ ਨੰਦ ਸਿੰਘ ਜੀ ਗਿਣਤੀ ਕਰਦੇ ਗਏ। ਭੁੱਚੋ ਵਾਲਿਆਂ ਨੇ ਮਰਿਆਦਾ ਅਨੁਸਾਰ ਸਰਾ ਕੀਤੀ, ਬਚਨ ਕੀਤਾ ਸ਼ੁੱਧ ਹੈ। 40 ਦਿਨ ਲਗਾਤਾਰ ਮੂਲ ਮੰਤਰ ਦਾ 1.25 ਲੱਖ ਪਾਠ ਕਰੋ, ਘਾਲਣਾ ਕਠਨ ਘਾਲਣੀ ਪਵੇਗੀ। ਸਾਵਧਾਨ ਹੋ ਰਹਿਣਾ, ਜੇ ਕੋਈ ਮੁਸ਼ਕਲ ਹੋਵੇ ਤਾਂ ਪੁੱਛ ਲੈਣਾ। ਚੰਗਾ, ਹੁਣ ਜਾਓ ਅਤੇ ਆਪਣਾ ਕੰਮ ਕਰੋ। 7 ਬਚਨ ਕਹਿ ਕੇ ਬਾਬਾ ਨੰਦ ਸਿੰਘ ਜੀ ਟਿੱਲੇ ਦੇ ਹੇਠਾਂ ਉਤਰ ਆਏ। ਸਤਨਾਮ ਜੀ ਮਨ ਨਿਤਨੇਮ ਵਿੱਚ ਇਕਾਗਰਤਾ ਨਾਲ ਨਹੀਂ ਜੁੜਦਾ। ਪਹਿਲਾਂ ਜਦੋਂ ਢੁਕਣਾ ਬਣਦਾ ਸੀ, ਸਤਿਗੁਰਾਂ ਦੇ ਦਰਸ਼ਨ ਵੀ ਹੋ ਜਾਇਆ ਕਰਦੇ ਸਨ, ਪਰ ਹੁਣ ਖਬਰ ਨਹੀਂ ਕੀ ਰਜਾ ਸਭ ਸ਼ਾਂਤੀ ਭੰਗ ਹੋ ਗਈ ਹੈ, ਸਭ ਕੁਝ ਹੀ ਅਲੋਪ ਹੋ ਗਿਆ। ਫਿਰ ਕੀ ਕੀਤਾ ਜਾਵੇ? ਬਾਬਾ ਜੀ ਭੁੱਚੋ ਵਾਲਿਆਂ ਦੇ ਹੁਕਮ ਅਨੁਸਾਰ ਬਾਬਾ ਨੰਦ ਸਿੰਘ ਜੀ ਨੇ ਟਿੱਲੇ ਤੋਂ ਪੂਰਬ ਵੱਲ ਕੁਝ ਦੂਰੀ 'ਤੇ ਇਕਾਂਤ ਜਗ੍ਹਾ ਦੇਖ ਕੇ ਡੇਰਾ ਜਮਾ ਦਿੱਤਾ। ਨਿਤਨੇਮ ਜੋ ਬਾਬਾ ਜੀ ਹੁਕਮ ਕੀਤਾ ਸੀ ਆਰੰਭ ਕਰ ਦਿੱਤਾ। ਹਰ ਰੋਜ਼ ਨੇਮ ਅਨੁਸਾਰ ਭੁੱਚੋ ਆਉਣਾ, ਮਹਾਂਪੁਰਸ਼ਾਂ ਸਰਾਹ ਕਰਨੀ ਅਤੇ ਇੱਕ ਅੱਧੀ ਬੇਹੀ ਰੋਟੀ ਜੋ ਪਾਣੀ ਨਾਲ ਗਿੱਲੀ ਕੀਤੀ ਹੋਣੀ ਛਕਣ ਲਈ ਦੇ ਦੇਣੀ। ਸਿਰਫ ਰੋਟੀ, ਦਾਲ ਭੇਜੀ ਤਾਂ ਇੱਕ ਪਾਸੇ ਲੂਣ ਮਿਰਚ ਵੀ ਨਹੀਂ ਤੇ ਅੱਗੇ 7 ਬਚਨ ਕਹਿ ਕੇ ਛਕ ਲੈਣੀ। ਪ੍ਰੀਖਿਆ ਦਿਨੋਂ ਦਿਨ ਕਰੜੀ ਦਰ ਕਰੜੀ ਹੋ ਰਹੀ ਸੀ। ਆਖੇ ਕੋਈ ਤਾਂ ਪ੍ਰੀਖਿਆ ਨਾ ਹੱਥ 'ਤੇ ਮਾਰ ਕੇ, ਪਰ ਅਸੀਂ ਤਾਂ ਪੱਥਰ 'ਤੇ ਮਾਰ ਕੇ ਪ੍ਰੀਖਿਆ ਕਰਦੇ ਹਾਂ। ਜੇ ਕੱਚਾ ਏ ਤਾਂ ਟੁੱਟ ਗਿਆ, ਜੇ ਪੱਕਾ ਏ ਤਾਂ ਸਾਬਤ, ਤੇ ਸਾਬਤ ਸੂਰਤ ਦਸਤਾਰ ਸਿਰਾ। ਇਹਨਾਂ ਦੀ ਤੇ ਉੱਥੇ ਕੀਮਤ ਏ। ਕਿਸੇ ਚਾਹਿਆ ਹੀਰਾ ਵੇਚ ਦਿੱਤਾ ਜਾਵੇ ਜਾਂ ਧਰਿਆ ਜੋਹਰੀਆਂ ਦੇ ਹੱਥ ਵਿੱਚ, ਕਿਆ ਵੇਚਣਾ ਏ? ਹਾਂ, ਕੀ ਚਾਹੁੰਨਾ ਏ? ਅੱਖੇ ਇੰਨੇ ਲੱਖ। ਲਿਆ ਫਿਰ ਇਸ ਨੂੰ ਅਜਮਾ ਕੇ ਵੇਖਿਆ ਜਾਵੇ, ਇੰਨੀ ਕੀਮਤ ਦਾ ਹੈ ਵੀ ਜਾਂ ਨਹੀਂ। ਰੱਖਿਆ ਐਰਨ 'ਤੇ ਜਾਂ ਮਾਰਿਆ ਹਥੌੜਾ ਟੁੱਟ ਗਿਆ। ਕੱਚਾ ਜੂ ਸੀ, ਪਰ ਜਿਹੜਾ ਪੱਕਾ ਸੀ ਉਸ ਦੇ ਉੱਪਰ ਸੱਟ ਦਾ ਨਿਸ਼ਾਨ ਤਾਂ ਪੈ ਗਿਆ, ਪਰ ਟੁੱਟਿਆ ਨਹੀਂ। ਹੀਰਾ ਦੁਨੀਆ ਦੇ ਸਭ ਤੋਂ ਸਖਤ ਚੋਟਾਂ ਤੋਂ ਬਣਨ ਵਾਲੀਆਂ ਭੌਤਿਕ ਵਸਤਾਂ ਵਿੱਚੋਂ ਸਖਤ ਹੁੰਦਾ ਹੈ, ਟੁੱਟਦਾ ਨਹੀਂ। ਨਾ ਟੁੱਟਿਆ, ਰਹਿ ਗਿਆ ਸਾਬਤ ਤਾਂ ਸਾਬਤ। ਬਹੁਤ ਵਾਰ ਹੋ ਰਹੇ ਹਨ, ਪਰ ਦ੍ਰਿੜ ਹੈ ਇਰਾਦਾ, ਮਜ਼ਬੂਤ ਹੈ, ਨਹੀਂ ਟੁੱਟ ਸਕਦਾ।
ਪਰ ਇਹੋ ਜਿਹਾ ਸਾਬਤ ਇੱਕ ਹੀ ਹੁੰਦਾ ਹੈ 100,000 ਵਿੱਚੋਂ। ਸੱਤ ਬਚਨ ਕਹਿ ਕੇ ਉਹੀ ਪਾਣੀ ਨਾਲ ਗਿੱਲਾ ਕੀਤਾ ਬੇਹਾ ਪ੍ਰਸ਼ਾਦਾ ਛਕ ਕੇ ਫਿਰ ਉਸੇ ਜਗ੍ਹਾ ਜਾ ਕੇ ਨਿਤਨੇਮ ਸ਼ੁਰੂ ਕਰ ਦੇਣਾ। 30 ਦਿਨ ਤਾਂ ਨਿਤਨੇਮ ਵਿੱਚ ਸੁਰਤੀ ਜੁੜਦੀ ਰਹੀ, ਪਰ ਫਿਰ ਮਨ ਉਖੜ ਜਾਣਾ। ਮਨ ਨੇ ਐਸੀਆਂ ਗਿਣਤੀਆਂ ਮਿੰਤੀਆਂ ਵਿੱਚ ਪੈਣਾ ਕਿ ਗੁਰੂ ਚਰਨਾਂ ਵੱਲ ਧਿਆਨ ਹੀ ਨਹੀਂ ਲੱਗਣਾ। ਜੋ ਨਿਤਨੇਮ ਵਿੱਚ ਆਨੰਦ ਸੀ, ਸ਼ਾਂਤੀ ਸੀ, ਖੁਮਾਰੀ ਸੀ, ਸਭ ਖਤਮ ਹੋ ਗਈ। ਸਿਰਫ ਕਲਪਨਾ ਹੀ ਰਹਿ ਗਈ ਪੱਲੇ। ਜਦੋਂ ਕੋਸ਼ਿਸ਼ ਕਰਨ 'ਤੇ ਵੀ ਗੱਲ ਨਾ ਬਣੀ ਤਾਂ ਟਿੱਲੇ ਉੱਪਰ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਨਿਤਨੇਮ ਵਿੱਚ ਪਹਿਲਾਂ ਵਰਗਾ ਆਨੰਦ ਨਹੀਂ ਜੁੜਦਾ। ਸ਼੍ਰੀ ਹਜ਼ੂਰ ਬਾਬਾ ਜੀ ਨੇ ਫਰਮਾਇਆ, ਇੰਝ ਹੀ ਹੋਇਆ ਕਰਦਾ ਏ। ਜਦੋਂ ਇੱਕ ਅਵਸਥਾ ਵਿੱਚੋਂ ਦੂਜੀ ਅਵਸਥਾ ਵਿੱਚ ਆਤਮਾ ਪ੍ਰਵੇਸ਼ ਕਰਿਆ ਕਰਦੀ ਹੈ। ਉੱਚੀ ਕਲਾਸ ਵਿੱਚ ਦਾਖਲਾ ਲੈਣ ਲਈ ਪਹਿਲੀ ਕਲਾਸ ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਇਮਤਿਹਾਨ ਹੈ, ਕੋਈ ਬਾਤ ਨਹੀਂ। ਰਿਸ਼ੀ ਜੀ ਸ਼ੁੱਧ ਹੈ। ਹੁਕਮ ਅਨੁਸਾਰ ਸਰਾ ਕਰਵਾਈ। ਜੋ ਪ੍ਰਸ਼ਾਦਾ ਮਿਲਿਆ ਛਕ ਕੇ ਆਪਣੇ ਅਸਥਾਨ 'ਤੇ ਚਲੇ ਗਏ। ਬਾਕੀ 10 ਦਿਨ ਐਸੇ ਆਨੰਦ ਵਿੱਚ ਗੁਜ਼ਰੇ ਕਿ ਬਸ ਇੰਝ ਮਹਿਸੂਸ ਹੋਇਆ ਕਿ ਮਸਾਂ 10 ਮਿੰਟ ਹੀ ਗੁਜ਼ਰੇ ਹੋਣ। ਐਸੇ ਆਨੰਦ ਦੀ ਵਿਆਖਿਆ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਐਸੀ ਅਵਸਥਾ ਵਿੱਚ ਪਹੁੰਚੇ ਜਿਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ, ਤਿੱਥੇ ਨਾਦ ਵਿਨੋਦ ਕੋਟ ਆਨੰਦ। ਜਿਸ ਆਨੰਦ ਨੂੰ ਪ੍ਰਾਪਤ ਕਰਨ ਲਈ ਗ੍ਰਸਥ ਤਿਆਗ ਜਾਂਦੇ ਹਨ, ਮਾਂ ਪੁੱਤ ਨੂੰ ਆਪਸੀ ਸੰਬੰਧ ਭੁੱਲ ਜਾਂਦੇ ਹਨ, ਉਹ ਇਕੱਠੇ ਹੀ ਪਰਮਾਤਮਾ ਨੂੰ ਸੰਬੋਧਨ ਕਰ ਉੱਠਦੇ ਹਨ, ਤੂੰ ਸਾਜਾ ਸਾਹਿਬ ਬਾਪ ਹਮਾਰਾ। ਐਸੇ ਆਨੰਦ ਬਾਰੇ ਕੀ ਕੋਈ ਕਹੇ। ਜਿਹੜਾ ਕੋਈ ਇਹੋ ਜਿਹਾ ਆਨੰਦ ਪ੍ਰਾਪਤ ਕਰ ਲੈਂਦਾ ਹੈ, ਉਹ ਫਿਰ ਕਿਸੇ ਨੂੰ ਦੱਸਦਾ ਨਹੀਂ। ਗੁਰੂ ਵਾਕ ਹੈ, ਜਿਨ ਹਰ ਪਾਇਓ ਤਿਨੇ ਛਪਾਇਓ। ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹਨਾਂ ਨੂੰ ਮਸਤੀ ਵਿੱਚ, ਖੁਮਾਰੀ ਵਿੱਚ ਮੇਰਾ ਤੇਰਾ ਭੁੱਲ ਗਿਆ। ਮੈਂ ਦੀਆਂ ਕੰਧਾਂ ਢਾਹ ਕੇ ਗਾਉਣ ਲੱਗ ਪਏ, ਤੂੰ ਸਾਜਾ ਸਾਹਿਬ ਬਾਪ ਹਮਾਰਾ। ਮਾਂ ਨੇ ਆਖਿਆ, ਪੁੱਤਰ ਤੂੰ ਰੋਜ਼ ਕਿੱਥੇ ਜਾਣਾ ਏ। ਬੇਣੀ ਨੇ ਆਖਿਆ, ਮਾਂ ਮੇਰੀ ਨੌਕਰੀ ਲੱਗ ਗਈ ਏ, ਮੈਂ ਰੋਜ਼ ਕੰਮ 'ਤੇ ਜਾਣਾ। ਪੁੱਤਰ ਕਿਹੜਾ ਕੰਮ। ਆਖਣ ਲੱਗਾ, ਰਾਜ ਦਰਬਾਰ। ਰਾਜੇ ਦੇ ਦਰਬਾਰ ਜਾ ਕੇ ਕਥਾ ਕਰਦਾ ਹਾਂ। ਮਾਂ ਬੜੀ ਖੁਸ਼ ਹੋਈ, ਕਿਉਂਕਿ ਗ੍ਰਸਥੀ ਦਾ ਗੁਜ਼ਾਰਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਕੰਮ ਨਾ ਕਰੇ। ਕੋਈ ਕੰਮ ਹੋਵੇ ਤਾਂ ਕੋਈ 4 ਪੈਸੇ ਘਰ ਆਉਣ ਤੇ ਤਾਂ ਇਹ ਗ੍ਰਸਥੀ ਦੀ ਗੱਡੀ ਚੱਲਦੀ ਏ। ਮਾਂ ਸੋਚਦੀ ਸੀ, ਪੁੱਤਰ ਮੇਰਾ ਕਿਸੇ ਕੰਮ ਜੋਗਾ ਨਾ ਬਣਿਆ, ਬੜੀ ਤੰਗੀ ਨਾਲ ਗੁਜ਼ਾਰਾ ਪਈ ਕਰਦੀ ਆਂ। ਬੇਣੀ ਨੂੰ ਰੋਜ਼ ਆਪਣਾ ਪੁੱਤ ਕੋਈ ਕੰਮ ਕਰ, ਰੋਜ਼ ਆਖਣਾ ਪੁੱਤ ਕੋਈ ਕੰਮ ਕਰ। ਜਦ ਪੁੱਤਰ ਨੇ ਖੁਸ਼ ਖਬਰੀ ਸੁਣਾਈ, ਮਾਂ ਮੇਰੀ ਨੌਕਰੀ ਲੱਗ ਗਈ ਏ, ਮਾਂ ਮੈਂ ਨੌਕਰ ਹੋ ਗਿਆ। ਪੁੱਤਰ ਕਿੱਥੇ। ਆਂਦਾ ਰਾਜ ਦਰਬਾਰ। ਰੋਜ਼ ਰਾਜੇ ਦੇ ਦਰਬਾਰ ਜਾ ਕੇ ਮੈਂ ਕਥਾ ਕਰਦਾ ਹਾਂ। ਤੇ ਕਰਦਾ ਕੀ ਸੀ, ਰੋਜ਼ ਘਰੋਂ ਚਲੇ ਜਾਣਾ, ਸਾਰਾ ਦਿਨ ਇਕਾਂਤ ਵਿੱਚ ਬੈਠ ਕੇ ਨਾਮ ਜਪਣਾ, ਭਜਨ ਕਰਨਾ ਪਰਮੇਸ਼ਰ ਦਾ। ਸ਼ਾਮ ਨੂੰ ਮੁੜ ਕੇ ਘਰ ਆ ਜਾਣਾ। ਇੱਕ ਦਿਨ ਮਾਂ ਨੇ ਪੁੱਛਿਆ, ਤੈਨੂੰ ਤਾਂ ਕਿੰਨਾ ਚਿਰ ਹੋਇਆ ਬੇਟਾ ਨੌਕਰੀ ਕਰਦਿਆਂ, ਤੂੰ ਕਦੇ ਘਰ ਕੋਈ ਤਨਖਾਹ ਨਹੀਂ ਲਿਆਇਆ। ਆਖਣ ਲੱਗਾ, ਮਾਂ ਮੇਰੀ ਉਸ ਨਾਲ ਸ਼ਰਤ ਇਹ ਹੈ ਕਿ ਮੈਂ ਕੰਮ ਕਰਾਂ, ਬਸ ਮੰਗਾਂ ਕੁਝ ਨਾ। ਜਦ ਦੇਵੇ ਤਾਂ ਆਪੇ ਦੇਵੇ, ਹੋਏਗਾ ਦਿਆਲ ਆਪੇ ਦੇਵੇਗਾ ਬੁਲਾ ਕੇ। ਮਾਂ ਜੇਕਰ ਮੰਗ ਲਈਏ ਤਾਂ ਘਾਟੇ ਵਿੱਚ ਰਹੀਦਾ ਏ, ਕਿਉਂਕਿ ਬਾਣੀ ਵਿੱਚ ਆਖਿਆ ਏ, ਜੋ ਮੰਗੈ ਸੋ ਭੂਖਾ ਰਹੇ। ਮੰਗਣ ਵਾਲਾ ਕਦੇ ਰੱਜਿਆ ਨਹੀਂ ਮੰਗਣਾ। ਉਹ ਐਸਾ ਦਾਤਾ ਹੈ, ਅਣ ਮੰਗਿਆ ਦਾਨ ਦੇਵ ਸੀ, ਵੱਡਾ ਅਗਮ ਅਪਾਰ। ਉਹ ਬਿਨਾਂ ਮੰਗਣ ਤੋਂ ਵੀ ਦਿੰਦਾ ਹੈ। ਇਸ ਵਾਸਤੇ ਮਾਂ ਮੈਂ ਮੰਗਣਾ ਨਹੀਂ, ਜਦੋਂ ਦੇਵੇ ਉਸ ਦੀ ਮਰਜ਼ੀ। ਹੋਰ 4 ਦਿਨ ਮਾਂ ਨੇ ਉਡੀਕਿਆ। 4 ਦਿਨ ਹੋਰ ਬੀਤ ਗਏ। ਫਿਰ ਕਹਿਣ ਲੱਗੀ, ਚੰਗਾ ਤੇਰਾ ਰਾਜਾ ਹੈ, ਬਹੀ ਨਾ ਸਹੀ ਪੂਰੇ ਪੈਸੇ ਦੇਵੇ, ਕੁਝ ਗੁਜ਼ਾਰੇ ਵਾਸਤੇ ਤਾਂ ਦੇ ਦਿੰਦਾ। ਉਸ ਨੂੰ ਆਪਣੇ ਘਰ ਦੀ ਦਸ਼ਾ ਤਾਂ ਦੱਸ, ਬਈ ਸਾਡੇ ਘਰ ਦੀ ਆਹ ਹਾਲਤ ਏ। ਉਸਨੇ ਆਖਿਆ, ਮਾਂ ਉੱਥੇ ਬੋਲਣ ਦਾ ਧਰਮ ਹੀ ਨਹੀਂ ਹੈ। ਜਿਉ ਰਾਮ ਰਾਖਿਆ ਤਿਉ ਰਹੀਐ ਰੇ ਭਾਈ। ਉਸ ਦੇ ਦਰਬਾਰ ਦੀ ਸ਼ਰਤ ਇਹ ਹੈ ਕਿ ਮੰਗਣਾ ਨਹੀਂ। ਇਸ ਵਾਸਤੇ ਜੇ ਮੈਂ ਮੰਗਦਾ ਹਾਂ ਤਾਂ ਖਬਰੇ ਨੌਕਰੀਓਂ ਹੀ ਜਵਾਬ ਨਾ ਦੇ ਦੇਵੇ। ਇਸ ਵਾਸਤੇ ਤੂੰ ਜਿਵੇਂ ਕਿਵੇਂ ਗੁਜ਼ਾਰਾ ਕਰ ਲੈ, ਆਖਰ ਇੱਕ ਦਿਨ ਦੇਵੇਗਾ ਹੀ ਨਾ। ਮਾਂ ਨੇ ਆਖਿਆ, ਚੰਗਾ, ਬਹੁਤ ਵਧੀਆ। ਹੋਰ ਕੁਛ ਦਿਨ ਬੀਤ ਗਏ। ਇਹ ਰੋਜ਼ ਜੰਗਲ ਵਿੱਚ ਜਾ ਕੇ ਬਹਿ ਕੇ ਨਾਮ ਜਪਦਾ ਤੇ ਭਗਵਾਨ ਨੂੰ
ਚਿੰਤਾ ਲੱਗੀ। ਇਸ ਦੇ ਘਰ ਖਾਣ ਨੂੰ ਕੁਝ ਨਹੀਂ, ਇਹ ਮੰਗਦਾ ਨਹੀਂ, ਮਾਂ ਉਡੀਕਦੀ ਹੈ। ਤਾਂ ਇੱਕ ਦਿਨ ਵੱਡਾ ਸਾਂਗ ਵਰਤਦਾ ਇੱਕ ਮਨ ਪਰਮੇਸ਼ਰ ਤੇ ਆਵੇ। ਉਹ ਤਾਂ ਇੱਕ ਮਨ ਹੋ ਕੇ ਪਰਮੇਸ਼ਰ ਨੂੰ ਅਰਾਧ ਰਿਹਾ ਹੈ। ਇੱਧਰ ਪ੍ਰਭ ਨੇ ਵੱਡਾ ਸਾਂਗ ਵਰਤਾਇਆ, ਆਪ ਵੱਡਾ ਰਾਜਾ ਬਣਿਆ, ਨਾਲ ਲਏ ਅਮੀਰ ਵਜ਼ੀਰ ਅਹਿਲਕਾਰ ਤੇ ਪਿੱਛੇ ਵਸਤਾਂ ਦੇ ਗੱਡੇ ਲੱਦੇ ਹੋਏ ਤੇ ਬੇਣੀ ਦੇ ਘਰ ਪੁੱਛਦਾ ਆਵੇ। ਬਈ ਇਸ ਗਲੀ ਵਿੱਚ ਇੱਕ ਬੇਣੀ ਰਹਿੰਦਾ ਹੈ, ਇੱਕ ਬੇਣੀ ਭਗਤ ਹੈ ਇਸ ਗਲੀ ਵਿੱਚ, ਘਰ ਦੱਸੋ ਕੋਈ ਉਸ ਦਾ। ਕਿਸੇ ਨੇ ਘਰ ਦਿਖਾਇਆ ਬਈ ਇਹ ਘਰ ਹੈ। ਆਪ ਤਾਂ ਘਰ ਹੋਣਾ ਨਹੀਂ, ਕਿਉਂਕਿ ਰਾਜੇ ਦੇ ਦਰਬਾਰ ਵਿੱਚ ਉਸ ਦੀ ਨੌਕਰੀ ਹੈ। ਸੁਣਿਆ ਹੈ ਕਿ ਮਾਂ ਹੈ ਇੱਕ ਉਸ ਦੀ, ਉਹ ਅੰਦਰ ਹੋਵੇਗੀ। ਤਾਂ ਬੂਹਾ ਖੜਕਾਇਆ, ਮਾਂ ਬੂਹਾ ਖੋਲ। ਆਵਾਜ਼ ਦਿੱਤੀ, ਕੌਣ ਹੈ? ਤਾਂ ਆਖਣ ਲੱਗਾ, ਮੈਂ ਉਹ ਰਾਜਾ ਹਾਂ ਜਿਸ ਦੇ ਦਰਬਾਰ ਤੇਰੇ ਪੁੱਤਰ ਦੀ ਨੌਕਰੀ ਹੈ। ਜਿੱਥੇ ਤੇਰਾ ਪੁੱਤਰ ਨੌਕਰ ਹੈ ਨਾ, ਮੈਂ ਉਹ ਰਾਜਾ ਹਾਂ। ਰਾਜਾ, ਮੇਰੇ ਬੂਹੇ ਤੇ ਰਾਜਾ। ਭੱਜ ਕੇ ਆਈ, ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ 14ਵੀਂ ਦਾ ਚੰਦਰਮਾ ਚੜ੍ਹਿਆ ਹੋਇਆ। ਸਿਰ ਮੱਲੋ ਮੱਲੀ ਪੈਰਾਂ ਤੇ ਝੁਕ ਗਿਆ। ਆਓ ਰਾਜਨ, ਹੁਕਮ। ਉਸਨੇ ਆਖਿਆ, ਮੈਂ ਉਡੀਕਿਆ ਕਿ ਤੇਰਾ ਪੁੱਤਰ ਕੁਝ ਮੰਗੇਗਾ, ਕਦੀ ਤੇ ਕੋਈ ਸਵਾਲ ਕਰੇਗਾ, ਪਰ ਉਸਨੇ ਤੇ ਐਸੀ ਚੁੱਪ ਸਾਧੀ, ਕਦੇ ਕੁਝ ਨਹੀਂ ਮੰਗਿਆ, ਕੋਈ ਸਵਾਲ ਨਹੀਂ ਕੀਤਾ। ਖੈਰ, ਮੈਂ ਸੋਚਿਆ ਖਬਰੇ ਇਸ ਦੇ ਘਰ ਦੀ ਕੀ ਹਾਲਤ ਹੋਵੇਗੀ। ਇਸ ਵਾਸਤੇ ਮੈਂ ਕੁਝ ਰਸਦ ਲਿਆਇਆ ਹਾਂ, ਇਹਨੂੰ ਅੰਦਰ ਰੱਖ ਲੈ। ਉਸਨੇ ਦੇਖਿਆ ਗੱਡੇ ਲੱਦੇ ਹੋਏ, ਕਤਾਰ ਖਲੋਤੀ ਏ ਗੱਡਿਆਂ ਦੀ। ਇੰਨਾ ਰਾਸ਼ਨ? ਘਰ ਛੋਟਾ ਹੈ, ਕਿੱਥੇ ਰੱਖਾਂ? ਪਦਾਰਥ ਬਹੁਤ ਹਨ। ਭਗਵਾਨ ਨੇ ਪੁੱਛਿਆ, ਕੀ ਸੋਚਦੀ ਏ ਮਾਂ? ਕਹਿਣ ਲੱਗੀ, ਮੈਂ ਸੋਚਦੀ ਹਾਂ ਇਹ ਸਮਾਨ ਬਹੁਤ ਜ਼ਿਆਦਾ ਹੈ, ਰਾਸ਼ਨ ਬਹੁਤ ਜ਼ਿਆਦਾ ਹੈ ਤੇ ਅੰਦਰ ਥਾਂ ਤੇ ਥੋੜ੍ਹੀ ਏ, ਮੈਂ ਕਿੱਥੇ ਰੱਖਾਂ? ਉਸਨੇ ਆਖਿਆ, ਇਹ ਕਿਹੜੀ ਵੱਡੀ ਗੱਲ ਹੈ? ਤੂੰ ਆਖੇ ਤਾਂ ਪਹਿਲਾਂ ਤੇਰਾ ਘਰ ਵੱਡਾ ਬਣਾ ਦਈਏ। ਘਰ ਬਣਦਿਆਂ ਤੇ ਕੁਝ ਦੇਰ ਲੱਗੇਗੀ। ਉਸਨੇ ਆਖਿਆ, ਮੈਨੂੰ ਦੇਰ ਨਹੀਂ ਲੱਗਦੀ। ਅੱਖਾਂ ਮੀਟ। ਉਸਨੇ ਅੱਖਾਂ ਮੀਟੀਆਂ। ਅੱਖੇ ਖੋਲ੍ਹ ਲੈ। ਜਾਂ ਖੋਲ੍ਹੀਆਂ ਤਾਂ ਕੀ ਡਿੱਠਾ, ਰਾਜ ਮਹਿਲ ਜਿੱਡਾ ਮਹਿਲ ਖੜਾ ਹੈ। ਸਮਾਨ ਸਾਰਾ ਅੰਦਰ ਰਖਵਾਇਆ ਤੇ ਫਿਰ ਰਾਜੇ ਨੇ ਹੱਥ ਜੋੜ ਕੇ ਆਖਿਆ, ਮਾਂ, ਕਿਸੇ ਹੋਰ ਸ਼ੈ ਦੀ ਲੋੜ ਹੈ ਤਾਂ ਹੁਕਮ ਕਰ। ਤੇਰਾ ਪੁੱਤਰ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਮੈਨੂੰ ਉਹ ਬਹੁਤ ਪਿਆਰਾ ਹੈ। ਜਿੱਡਾ ਮਨ ਲਾ ਕੇ ਉਸਨੇ ਮੇਰਾ ਕੰਮ ਕੀਤਾ ਹੈ, ਕੋਈ ਵਿਰਲਾ ਹੀ ਕਰਦਾ ਏ। ਅਜੇ ਜੋ ਮੇਰਾ ਕੰਮ ਮਨ ਲਾ ਕੇ ਕਰਦੇ ਹਨ, ਮੈਂ ਉਹਨਾਂ ਨੂੰ ਮੰਗਣ ਦੀ ਮੋਹਲਤ ਦਿੰਦਾ ਹੀ ਨਹੀਂ। ਜੋ ਚਿੱਤ ਲਾਉਂਦੇ ਹਨ ਮੇਰੇ ਨਾਲ, ਉੱਪਰਲੇ ਮਨੋਂ ਨਹੀਂ, ਅੰਦਰੋਂ ਹਰ ਜਨ ਸਿਮਰੋ ਹਿਰਦੇ ਰਾਮ, ਹਿਰਦੇ ਨਾਲ ਧਿਆਉਂਦੇ ਹਨ। ਤੇਰਾ ਪੁੱਤਰ ਇਹੋ ਜਿਹਾ ਹੈ। ਉਸਨੇ ਮੇਰੇ ਨਾਲ ਪਿਆਰ ਕੀਤਾ ਹੈ, ਹਿਰਦੇ ਨਾਲ। ਇਸ ਵਾਸਤੇ ਮੈਂ ਲੋਕ ਲੱਜ ਸਭ ਛੱਡ ਕੇ ਆਪ ਚੱਲ ਕੇ ਆਇਆ। ਕਿਸੇ ਨੌਕਰ ਹੱਥੀ ਵੀ ਭੇਜ ਸਕਦਾ ਸਾਂ, ਪਰ ਨਹੀਂ, ਮੈਂ ਆਪਣਿਆਂ ਦੇ ਕੰਮ ਆਪ ਹੀ ਕਰਕੇ ਖੁਸ਼ ਹੁੰਨਾ। ਮਾਂ, ਇਹ ਅੰਦਰ ਰੱਖ ਲੈ ਜੋ ਕੁਝ ਹੈ। ਹੋਰ ਕਿਸੇ ਸ਼ੈ ਦੀ ਲੋੜ ਹੈ ਤਾਂ ਉਹ ਵੀ ਦੱਸ। ਮਾਂ ਨੇ ਆਖਿਆ, ਹੋਰ ਕੀ ਮੰਗਾ? ਕੋਈ ਸ਼ੈ ਬਾਕੀ ਤਾਂ ਰਹਿਣ ਨਹੀਂ ਦਿੱਤੀ, ਸਭੋ ਕੁਝ ਹੀ ਦੇ ਦਿੱਤਾ ਏ, ਜੋ ਪੁਸ਼ਤਾਂ ਤੱਕ ਸ਼ਾਇਦ ਨਾ ਮੁੱਕੇ। ਇੰਨਾ ਵੱਡਾ ਮਹਿਲ ਪਲ ਛਿਣ ਵਿੱਚ ਬਣਾ ਦਿੱਤਾ। ਬਈ ਕਿੱਡੀ ਸਮਰੱਥਾ ਹੈ ਇਸ ਦੀ। ਮਾਂ ਨੇ ਅਜੇ ਹੀ ਸਮਝ ਨਹੀਂ ਆਈ ਬਈ ਇਹ ਕੌਣ ਹੈ। ਸੋਚਦੀ ਹੈ, ਕੋਈ ਰਾਜਾ ਜਿਸ ਦੇ ਦਰਬਾਰ ਮੇਰਾ ਪੁੱਤਰ ਨੌਕਰੀ ਕਰਦਾ ਹੈ। ਜਿਸ ਵੇਲੇ ਉੱਥੋਂ ਚੱਲੇ। ਅੱਛਾ, ਮੈਂ ਹੁਣ ਜਾਂਦਾ ਹਾਂ। ਮਾਂ ਨੇ ਆਖਿਆ, ਜੇ ਮੇਰਾ ਪੁੱਤਰ ਉੱਥੇ ਹੋਵੇ ਤਾਂ ਉਸਨੂੰ ਭੇਜ ਦੇਣਾ, ਜਰਾ ਚੀਜ਼ ਵਸਤੂ ਸੰਭਾਲ ਕੇ ਆਪ ਸਾਰੀ ਰੱਖ ਲਵੇਗਾ। ਬਹੁਤ ਅੱਛਾ। ਭਾਈ ਸਾਹਿਬ ਆਖਦੇ ਨੇ, ਉੱਥੋਂ ਆਇਆ ਭਗਤ ਪਾਸ। ਉੱਥੋਂ ਭਗਵਾਨ ਫਿਰ ਬੇਣੀ ਦੇ ਕੋਲ ਆਇਆ, ਜੋ ਬੈਠ ਕੇ ਬ੍ਰਿਸ਼ ਦੀ ਛਾਇਆ ਹੇਠ ਅੱਖਾਂ ਮੀਟ ਸਿਮਰਨ ਕਰ ਰਿਹਾ, ਭਜਨ ਕਰ ਰਿਹਾ। ਸਮਾਧੀ ਲੱਗੀ ਜਿਸ ਦੀ, ਤੇ ਆਉਂਦਿਆਂ ਆਪਣੇ ਭਗਤ ਨੂੰ ਗਲ ਨਾਲ ਲਾ ਲਿਆ, ਬੜਾ ਪ੍ਰਸੰਨ ਹੋਇਆ। ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਉਪਜਾਵੇ। ਜਿਸ ਵੇਲੇ ਅੱਖਾਂ ਖੋਲ੍ਹੀਆਂ ਤੇ ਫਿਰ ਕੀਤੀ ਪਛਾਣ ਬਈ ਇਹ ਉਹੀ ਹੈ ਜੋ ਮੇਰੇ ਅੰਦਰ ਹੈ, ਸੋ ਅੰਤਰ ਸੋ ਬਾਹਰ ਅਨੰਤ। ਜਿਸ ਸੂਰਤ ਨੂੰ ਮੈਂ ਹਿਰਦੇ ਵਿੱਚ ਲਈ ਬੈਠਾ ਸਾਂ, ਇਹ ਤਾਂ ਉਹੀ ਸੂਰਤ ਹੈ। ਚਰਨਾਂ ਨੂੰ ਲਿਪਟ ਗਿਆ। ਭਗਵਾਨ ਨੇ ਆਖਿਆ, ਜਾ ਘਰ ਜਾ। ਮਾਂ ਉਡੀਕਦੀ ਏ ਤੇਰੀ।
ਕਹਿਣ ਲੱਗਾ, ਅੱਜ ਤਾਂ ਮੈਂ ਧਾਰ ਕੇ ਆਇਆ ਸਾਂ, ਘਰ ਜਾਣਾ ਹੀ ਨਹੀਂ, ਕਿਉਂਕਿ ਜਦੋਂ ਸ਼ਾਮ ਨੂੰ ਘਰ ਜਾਓ ਮਾਂ ਬਸ ਤੰਗ ਹੀ ਕਰਦੀ ਹੈ। ਆਹ ਚੀਜ਼ ਕੋਈ ਨਹੀਂ, ਉਹ ਚੀਜ਼ ਕੋਈ ਨਹੀਂ, ਇਸ ਵਾਸਤੇ ਅੱਜ ਮੈਂ ਸੋਚਿਆ ਘਰ ਹੀ ਨਹੀਂ ਜਾਂਦਾ। ਉਸਨੇ ਆਖਿਆ, ਕੋਈ ਡਰ ਨਹੀਂ, ਅੱਜ ਤੂੰ ਬੇਸ਼ੱਕ ਘਰ ਜਾ, ਮਾਂ ਉਲਾਂਭਾ ਨਹੀਂ ਦੇਵੇਗੀ। ਕਿਉਂ ਮਾਂ ਦੇ ਅੰਦਰ ਕੋਠੇ ਭਰੇ ਹਨ ਪਦਾਰਥਾਂ ਦੇ। ਮੈਂ ਸਭ ਕੁਝ ਦੇ ਕੇ ਆਇਆ ਹਾਂ, ਜਾ ਚੀਜ਼ ਵਸਤੂ ਸੰਭਾਲ ਲੈ, ਜੇ ਕੋਈ ਲੋੜ ਹੋਈ ਤਾਂ ਫਿਰ ਕਹਿ ਦੇਵੀਂ। ਜਿਸ ਵੇਲੇ ਬੇਣੀ ਘਰ ਪਹੁੰਚਾ ਮਾਂ ਨੇ ਆਖਿਆ, ਕਿੱਡਾ ਚੰਗਾ ਤੇਰਾ ਰਾਜਾ ਹੈ, ਆਪ ਚੱਲ ਕੇ ਆਇਆ ਔਰ ਦੇਖੇ ਨਾ ਕਿਤਨਾ ਕੁਝ ਦੇ ਗਿਆ। ਮੈਨੂੰ ਇੱਕ ਗੱਲ ਸਮਝ ਨਹੀਂ ਆਈ ਪੁੱਤਰ, ਉਹਨੇ ਅੱਖ ਖੋਲ੍ਹਣ ਤੋਂ ਮੀਟਣ ਦੇ ਸਮੇਂ ਵਿੱਚ ਐਡਾ ਮਹਿਲ ਕਿਵੇਂ ਬਣਾ ਲਿਆ? ਉਹਨੇ ਆਖਿਆ, ਮਾਂ ਤੂੰ ਪਛਾਣਿਆ ਨਹੀਂ? ਰਾਜਾ ਹੀ ਸੀ ਨਾ, ਕਿਉਂ ਨਹੀਂ ਪਛਾਣਿਆ? ਆਖਣ ਲੱਗਾ, ਨਹੀਂ ਮਾਂ, ਇਹ ਕਿਸੇ ਰਿਆਸਤ ਦਾ ਰਾਜਾ ਨਹੀਂ, ਇਹ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਦਾਨ ਦੇਣ ਵਾਲਾ, ਜਿਸ ਨੂੰ ਬਾਣੀ ਵਿੱਚ ਕਿਹਾ, ਕੋਊ ਹਰ ਸਮਾਨ ਨਹੀਂ ਰਾਜਾ। ਇਹ ਤਾਂ ਉਹ ਰਾਜਾ ਸੀ, ਭਗਵਾਨ ਆਪ ਸਨ। ਮਾਂ ਦਾ ਰੋਣ ਬਹਿ ਗਈ, ਪੁੱਤਰ ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ? ਹਾਏ, ਮੈਂ ਮੱਥਾ ਵੀ ਨਾ ਟੇਕਿਆ, ਮੈਂ ਚਰਨ ਨਾ ਪਰਸੇ, ਮੈਂ ਅੰਦਰ ਨਾ ਬਿਠਾਇਆ, ਮੈਂ ਕੋਈ ਸੇਵਾ ਨਾ ਕੀਤੀ। ਉਹ ਮੈਨੂੰ ਮਾਂ ਮਾਂ ਕਹਿੰਦਾ ਰਿਹਾ, ਮੈਂ ਉਸਨੂੰ ਪੁੱਤਰ ਪੁੱਤਰ ਕਹਿੰਦੀ ਰਹੀ। ਉਸ ਇਹ ਨਾ ਦੱਸਿਆ ਬਈ ਉਹ ਕੈਸਾ ਰਾਜਾ ਹੈ। ਮਾਂ, ਜੇ ਮੈਂ ਤੈਨੂੰ ਪਹਿਲਾਂ ਦੱਸ ਦਿੰਦਾ ਤਾਂ ਤੂੰ ਮੇਰੇ ਅੱਗੇ ਰੁਕਾਵਟ ਬਣ ਜਾਣਾ ਸੀ, ਤੂੰ ਮੈਨੂੰ ਨਾਮ ਨਹੀਂ ਸੀ ਜਪਣ ਦੇਣਾ। ਹੁਣ ਤੂੰ ਮੈਨੂੰ ਆਬ ਲਾ ਦਿੱਤੀ। ਉਹ ਇੱਕ ਰਾਜਾ ਹੈ, ਮੈਂ ਉਸ ਦੀ ਨੌਕਰੀ ਕਰਦਾ ਹਾਂ, ਉੱਥੋਂ ਤਨਖਾਹ ਮਿਲੇਗੀ, ਮੈਂ ਘਰ ਲਿਆਵਾਂਗਾ ਤੇ ਤੂੰ ਪ੍ਰਸੰਨ ਹੋ ਗਈ। ਉਹ ਤੇ ਆਪ ਭਗਵਾਨ ਸਨ, ਤਾਈਏ ਤੇ ਇੰਨਾ ਕੁਝ ਦੇ ਗਏ। ਜੇਵੜ ਆਪ ਤੇਵੜ ਤੇਰੀ ਦਾਤ, ਤੇ ਦਾਤ ਸਵਾਈ ਨਿਖੁੱਟ ਨਾ ਜਾਈ, ਅੰਤਰਜਾਮੀ ਪਾਇਆ। ਕੋਟ ਬਿਗਨ ਸਗਲੇ ਉਠਨਾਠੇ, ਦੁੱਖ ਨਾ ਨੇੜੇ ਆਇਆ। ਉਸ ਦੀ ਸਵਾਈ ਦਾਤ, ਛੋਟੀ ਤੋਂ ਛੋਟੀ ਦਾਤ ਜਿਸ ਨੂੰ ਵੀ ਮਿਲੀ ਹੈ, ਉਹ ਮੁੱਕੀ ਨਹੀਂ, ਖਤਮ ਨਹੀਂ ਹੋਈ। ਇੱਕ ਵਾਰ ਫਿਰ ਉਸ ਦਾ ਦਰਸ਼ਨ ਕਰਵਾ ਮਾਂ ਰੋ ਪਈ। ਅੱਗੇ ਭੁੱਲ ਗਈ, ਉਸ ਦੇ ਚਰਨ ਨਾ ਪਰਸੇ, ਉਸ ਦੇ ਪੈਰੀ ਹੱਥ ਨਾ ਲਾਇਆ, ਉਸ ਦੇ ਚਰਨਾਂ 'ਤੇ ਮੱਥਾ ਨਾ ਟੇਕਿਆ। ਪੁੱਤਰ ਮੈਂ ਕੁਝ ਨਹੀਂ ਮੰਗਦੀ, ਇਹ ਮਕਾਨ ਵੀ ਉਸ ਨੂੰ ਮੋੜ ਦੇ, ਇਹ ਪਦਾਰਥ ਵੀ ਆਪਣੇ ਲੈ ਜਾਵੇ ਬੇਸ਼ੱਕ, ਪਰ ਇੱਕ ਵਾਰ ਦਰਸ਼ਨ ਦੇ ਜਾਵੇ, ਇੱਕ ਵਾਰੀ। ਆਵਾਜ਼ ਆਈ, ਮੈਂ ਕਿਤੇ ਗਿਆ ਤੇ ਨਹੀਂ, ਇੱਥੇ ਹੀ ਖਲੋਤਾ ਹਾਂ, ਜਿੱਥੇ ਮੇਰੇ ਭਗਤ, ਜਿੱਥੇ ਮੇਰੀ ਭਗਤੀ, ਉੱਥੇ ਮੈਂ ਆਪ। ਬਸ ਫਿਰ ਲਿਪਟ ਗਏ ਸੋਹਣੇ ਚਰਨਾਂ ਨਾਲ, ਇੱਕ ਚਰਨ ਨਾਲ ਬੇਣੀ ਆਪ, ਦੂਜੇ ਸੋਹਣੇ ਚਰਨ ਨੂੰ ਬੇਣੀ ਦੀ ਮਾਤਾ। ਚਰਨਾਂ ਨੂੰ ਘੁੱਟ ਗਲ ਵਕੜੀ ਪਈ ਦੋਹਾਂ ਦੀ, ਦੋ ਰਸਨਾਂ ਦੀ ਇੱਕ ਆਵਾਜ਼ ਹੋ ਕੇ ਨਿਕਲੀ, ਕਿਹੜੀ? ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇਹ ਸੋ ਤ੍ਰਿਪਤ ਅਕਾਵੈ, ਸੋਈ ਭਗਤ ਹਮਾਰਾ, ਸੋਈ ਭਗਤ ਤੁਮਾਰਾ ਜੀਓ। ਬਾਅਦ ਵਿੱਚ ਬਾਬਾ ਜੀ ਆਪਣੀ ਰਸਨਾ ਤੋਂ ਬਚਨ ਕਰਿਆ ਕਰਦੇ ਸਨ। ਇਸ ਉੱਚੀ ਸੁੱਚੀ ਅਵਸਥਾ ਬਾਰੇ ਕਿਹਾ ਕਰਦੇ ਸਨ, ਜਿਹੜਾ ਚਾਲੀਸਾ ਭੁੱਚੋ ਵਾਲਿਆਂ ਦੇ ਚਰਨਾਂ ਵਿੱਚ ਰਹਿ ਕੇ ਪੂਰਾ ਕੀਤਾ, ਉਸ ਵਿੱਚ ਐਸਾ ਆਨੰਦ ਆਇਆ, ਕਹਿਣ ਸੁਣਨ ਤੋਂ ਬਾਹਰ ਫਿਰ ਕਦੀ ਨਹੀਂ ਐਸਾ ਸਮਾਂ ਮਿਲਿਆ। 40 ਦਿਨ ਪੂਰੇ ਹੋਣ 'ਤੇ ਸ਼੍ਰੀ ਹਜ਼ੂਰ ਬਾਬਾ ਭੁੱਚੋ ਵਾਲਿਆਂ ਇੱਕ ਗੁਟਕਾ ਸਰਾਗ ਕਰਕੇ ਦਿੱਤਾ, ਕਿਹਾ, ਸੁੱਧ ਹੈ, ਹੁਣ ਬਾਹਰ ਵਿਚਰ ਕੇ ਕਮਾਈ ਕਰਦੇ ਰਹੋ, ਕਦੇ ਕਦੇ ਆ ਕੇ ਦਰਸ਼ਨ ਕਰ ਜਾਇਆ ਕਰਨੇ। ਸਤ ਬਚਨ ਕਹਿ ਕੇ ਚਰਨਾਂ ਉੱਪਰ ਸੀਸ ਨਵਾਇਆ ਅਤੇ ਹੁਕਮ ਤੇ ਫੁੱਲ ਚੜਾਉਂਦੇ ਹੋਏ ਬਾਹਰ ਵਿਚਰਨ ਲਈ ਤੁਰ ਪਏ। ਇਸ ਤੋਂ ਅੱਗੇ ਦਾ ਬਿਰਤਾਂਤ ਇਸ ਤੋਂ ਅਗਲੇ ਭਾਗ ਦੇ ਵਿੱਚ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਅੱਗੇ ਵੀ ਵੀਡੀਓ ਨੂੰ ਆਡੀਓ ਨੂੰ ਸ਼ੇਅਰ ਕਰਨਾ। ਧੰਨਵਾਦ।